अभय अकाल की, तब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आद गुरु है ना मैं, जुगाद गुरु है ना मैं, वो सतगुरु है ना मैं, श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 18 ਅੱਸੂ ਸੰਮਤ 553 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 3 ਅਕਤੂਬਰ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। लोभ कर
ਪਛਤਾਹੇਂਗਾ ਮਨ ਪਾਪੀ ਜਿਆਰਾ ਲੋਭ ਕਰਤ ਹੈ ਪਾਪੀ ਜਿਆਰਾ ਲੋਭ ਕਰਤ ਹੈ ਪਾਪੀ ਜਿਆਰਾ ਲੋਭ ਕਰਤ ਹੈ ਆਜ ਕਾਲ ਉੱਠਦਾ ਹੈਗਾ ਆਜ ਕਾਲ ਉੱਠਦਾ ਹੈਗਾ ਰਾਮ ਸਿਮਰ ਪਛਤਾਹੇਂਗਾ ਰਾਮ ਸਿਮਰ ਪਛਤਾਹੇਂਗਾ ਜੋ ਜਮ ਆਏ ਕੇਸ ਗਹਿ ਬੱਟ ਕੇ ਜੋ ਜਮ ਆਏ ਕੇਸ ਗਹਿ ਬੱਟ ਕੇ ਤਾਂ ਦਿਨ ਕਿਸ਼ਨਾ ਬਸਾਹੇਗਾ ਤਾਰਨ ਕਿਸ਼ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ 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 ਤੋ ਮੁਖ ਚੋਟਾਂ ਖਾਹੇਗਾ ਤੋ ਮੁਖ ਚੋਟਾਂ ਖਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਰਾ ਪਾਹੇਗਾ ਤਉ ਮੁਖ ਚੋਟਾ ਪਾਹੇਗਾ ਰਾਮ ਸਿਮਰ ਪਛਤਾਹੇਗਾ ਮਨ ਰਾਮ ਸਿਮਰ ਪਛਤਾਹੇਗਾ ਮਨ ਪਾਪੀ ਜਿਆਰਾ ਲੋਭ ਕਰਤ ਹੈ ਪਾਪੀ ਜਿਆਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ ਆਜ ਕਾਲ ਉੱਠ ਜਾਹੇਗਾ ਰਾਮ ਸਿਮਰ ਪਛਤਾਹੇਗਾ ਰਾਮ ਸਿਮਰ ਪਛਤਾਹੇਗਾ ਧਰਮ ਰਾਏ ਜਬ ਲੇਖਾ ਮਾਂਗੇ ਧਰਮ ਰਾਏ ਜਬ ਲੇਖਾ ਮਾਂਗੇ ਕਿਆ ਮੁਖ
कबीर सुनो रे संतो कहत कबीर सुनो रे संतो साध संगत कर जाहेगा साध संगत कर जाहेगा राम सिमर पछताहेगा मन राम सिमर पापी जियरा लोभ करत है पापी जियरा लोभ करत है आद काल उठ गाहेगा आद काल उठ गाहेगा राम सिमर पछताहेगा राम सिमर पछताहेगा राम सिमर पछताहेगा मन राम सिमर पछताहेगा मन ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨਵਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੈ। ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ। ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ।
ਨੇਹੋ ਪੂਰੇ ਸਤਿਗੁਰੈ ਜੀਓ। ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ। ਕਦੇ ਨਾ ਵਿਸਾਰੀ ਅਨ ਦਿਨ ਸੁਮਾਰੀ ਜਾਂ ਨਾਮ ਲਈ ਤਾ ਜੀਵਾ। ਸ਼੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ। ਨਦਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ। ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ। ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੈ ਜੀਓ। ਅਨ ਦਿਨ ਰਹੈ ਲਿਵ ਲਾਏ ਤਾਂ ਸਹਿਜ ਸਮਾਵੈ ਜੀਓ। ਸਹਿਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ। ਹਲਤ ਪਲਤ ਸੋਭਾ ਜਗ ਅੰਤਰ RAM ਨਾਮ ਲਿਵ ਲਾਗੀ। ਹਰਖ ਸੋਗ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ। ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੈ ਜੀਓ। ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ। ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ। ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ। ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੈ। ਬਿਨ ਨਾਵੈ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਧੋਹਿਆ। ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ। ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਇਆ ਜੀਓ। ਸਦਾ ਰਹਿ ਕਰ ਜੋੜ ਪ੍ਰਭ
ਪ੍ਰਭ ਮਨ ਭਾਇਆ ਜੀਓ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਅਨ ਦਿਨ ਜਪਤ ਰਹੈ ਦਿਨ ਰਾਤੀ, ਸਹਿਜ ਨਾਮ ਧਿਆਇਆ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਵੈ ਜੀਓ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਵੈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਛੰਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ, ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਆਓ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ, ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਬਲਿਸ਼ ਕੀਤੀ ਹੈ, ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਅੱਜ ਦਾ ਹੁਕਮਨਾਮਾ ਰਾਗ ਧਨਾਸਰੀ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 690 ਅੰਗ ਤੇ ਸੁਸ਼ੋਭਿਤ ਹੈ। ਧਨਾਸਰੀ ਛੰਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੇ ਭਾਈ, ਜੇ ਪ੍ਰਮਾਤਮਾ ਆਪ ਕਿਰਪਾ ਕਰੇ ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਵੇ ਤਾਂ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਕੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। ਪ੍ਰਮਾਤਮਾ ਦੇ ਗੁਣ ਗਾ ਗਾ ਕੇ ਮਨੁੱਖ ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, ਪਰ ਇਹ ਤਦੋਂ ਹੀ ਹੋ ਸਕਦਾ ਹੈ ਜਦੋਂ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਆਪ ਇਹ ਮਿਹਰ ਕਰਨੀ ਪਸੰਦ ਆਵੇ। ਗੁਣ ਗਾਣ ਦੀ ਬਰਕਤ ਦੇ ਨਾਲ ਮਨੁੱਖ ਅਹੰਕਾਰ, ਹਉਮੈ, ਮਾਇਆ ਦਾ ਮੋਹ ਤਿਆਗ ਦਿੰਦਾ ਹੈ ਤੇ ਆਤਮਿਕ ਅਡੋਲਤਾ ਦੇ ਵਿੱਚ ਹਰੀ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਨਾਮ ਸਿਮਰਨ ਦੀ ਦਾਤ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ। ਜਦੋਂ ਉਹ ਇਹ ਦਾਤ ਦਿੰਦਾ ਹੈ ਤਦੋਂ ਹੀ ਮਿਲਦੀ ਹੈ। ਹੇ ਭਾਈ, ਪ੍ਰਮਾਤਮਾ ਕਿਰਪਾ ਕਰੇ ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਹੇ ਭਾਈ, ਪੂਰੇ ਗੁਰੂ ਦੀ ਰਾਹੀਂ ਮੇਰੇ ਮਨ ਵਿੱਚ ਪ੍ਰਮਾਤਮਾ ਨਾਲ ਸਦਾ ਸਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। ਗੁਰੂ ਦੀ ਕਿਰਪਾ ਦੇ ਨਾਲ ਮੈਂ ਉਸ ਪ੍ਰਭੂ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ। ਮੈਨੂੰ ਉਹ ਕਦੇ ਵੀ ਨਹੀਂ ਭੁੱਲਦਾ।
ਮੈਂ ਉਸ ਨੂੰ ਕਦੇ ਭੁਲਾਉਂਦਾ ਨਹੀਂ। ਮੈਂ ਹਰ ਵੇਲੇ ਉਸ ਪ੍ਰਭੂ ਨੂੰ ਹਿਰਦੇ ਵਿੱਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਦੇ ਨਾਲ ਹਰੀ ਨਾਮ ਸੁਣਦਾ ਹਾਂ, ਤਦੋਂ ਮੇਰਾ ਇਹ ਮਨ ਮਾਇਆ ਵੱਲੋਂ ਰੱਜ ਜਾਂਦਾ ਹੈ। ਹੇ ਭਾਈ, ਮੈਂ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਰਹਿੰਦਾ ਹਾਂ। ਜਦੋਂ ਪ੍ਰਭੂ ਮਨੁੱਖ ਤੇ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਉਸ ਨੂੰ ਗੁਰੂ ਮਿਲਾਉਂਦਾ ਹੈ। ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਪ੍ਰਭੂ ਨਾਲ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ। ਜਿਸ ਮਨੁੱਖ ਨੂੰ ਵੱਡੀ ਕਿਸਮਤ ਦੇ ਨਾਲ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਤਾਂ ਉਸ ਨੂੰ ਪਰਮਾਤਮਾ ਦਾ ਨਾਮ ਦਾ ਸਵਾਦ ਆਉਣ ਲੱਗ ਪੈਂਦਾ ਹੈ। ਉਹ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਸੁਰਤ ਜੋੜੀ ਰੱਖਦਾ ਹੈ, ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ। ਜਦੋਂ ਮਨੁੱਖ ਆਤਮਿਕ ਅਡੋਲਤਾ ਦੇ ਵਿੱਚ ਲੀਨ ਹੋ ਜਾਂਦਾ ਹੈ, ਤਦੋਂ ਪਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ। ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ ਤੇ ਨਿਰਲੇਪ ਹੋ ਜਾਂਦਾ ਹੈ। ਇਸ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸਾਰੇ ਸੰਸਾਰ ਵਿੱਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ। ਪਰਮਾਤਮਾ ਦੇ ਨਾਮ ਵਿੱਚ ਉਸ ਦੀ ਲਗਨ ਲੱਗੀ ਰਹਿੰਦੀ ਹੈ। ਉਹ ਮਨੁੱਖ ਖੁਸ਼ੀ ਗਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਹੇ ਭਾਈ, ਜਦੋਂ ਵੱਡੀ ਕਿਸਮਤ ਦੇ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਤਦੋਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਿਕ ਮੌਤ ਨੇ ਸਦਾ ਆਪਣੀ ਤੱਕ ਦੇ ਵਿੱਚ ਰੱਖਿਆ ਹੋਇਆ ਹੈ। ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਹੀ ਵਿਆਪਦਾ ਹੈ। ਉਹ ਦਿਨ ਰਾਤ ਹਾਏ ਹਾਏ ਕਰਦਾ ਰਹਿੰਦਾ ਹੈ, ਮਾਇਆ ਦੇ ਦੁੱਖ ਵਿੱਚ ਫਸਿਆ ਰਹਿੰਦਾ ਹੈ। ਉਹ ਸਦਾ ਮਾਇਆ ਦੇ ਦੁੱਖ ਵਿੱਚ ਗ੍ਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਤਰ ਵੀ ਰਹਿੰਦਾ ਹੈ। ਉਸ ਦੀ ਸਾਰੀ ਉਮਰ ਮੇਰੀ ਮਾਇਆ ਕਰਦਿਆਂ ਲੰਘ ਜਾਂਦੀ ਹੈ। ਜਿਹੜਾ ਪਰਮਾਤਮਾ ਉਸ ਨੂੰ ਸਭ ਕੁਝ ਦੇ ਰਿਹਾ ਹੈ, ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ। ਆਖਰ ਜਦੋਂ ਇੱਥੋਂ ਤੁਰਦਾ ਹੈ ਤਾਂ ਪਛਤਾਉਂਦਾ ਹੈ। ਪੁੱਤਰ, ਇਸਤਰੀ ਆਦਿਕ ਹਰੀ ਨਾਮ ਤੋਂ ਬਿਨਾਂ ਕੋਈ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ। ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਿਕ ਮੌਤ ਗ੍ਰਸੀ ਰੱਖਦੀ ਹੈ। ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਹੇ ਹਰੀ, ਜਿਸ ਮਨੁੱਖ ਨੂੰ ਤੂੰ ਆਪਣੀ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਹੇ ਭਾਈ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ। ਉਸ ਨੂੰ ਆਪਣੇ ਮਨ ਦੇ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ। ਜਦੋਂ ਮਨੁੱਖ ਨੂੰ ਆਪਣੇ ਮਨ ਦੇ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਦੇ ਵਿੱਚ ਟਿਕ ਜਾਂਦਾ ਹੈ ਤੇ ਹੁਕਮ ਮੰਨ ਕੇ ਆਤਮਿਕ ਆਨੰਦ ਮਾਣਦਾ ਹੈ। ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਉਹ ਹਰੀ ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ, ਪਰਮਾਤਮਾ ਦਾ ਹਰ ਵੇਲੇ ਨਾਮ ਸਿਮਰਨ ਹੀ ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ। ਪ੍ਰਭੂ ਦਾ ਨਾਮ ਉਸ ਨੂੰ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ। ਹੇ ਹਰੀ, ਆਪਣੀ ਕਿਰਪਾ ਕਰਕੇ ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਹੈ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਦੂਜੇ ਪਾਰ ਅਸੀਂ ਆਪ ਜੀ ਦੇ ਨਾਲ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਸਾਂਝੀ ਕਰਾਂਗੇ। हर बिन तेरो को ना सहाय, हर बिन तेरो को ना
छूटे कछ संग न जाले तन छूटे कछ संग न जाले कहा ताहे लपटाई कहाता है लपटाई हर बीन तेरो को न सहाय हर बीन तेरो को न सहाय हर बीन तेरो
सहाय हर बिन तेरो को ना सहाय हर बिन तेरो हर बिन तेरो को ना सहाय तेरो को ना सहाय को ना सहाय तेरो को ना सहाय को ना सहाय तेरो को हर बिन सहाय को ना तेरो को ਹਾਂਜੀ, ਹੁਣੇ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ, ਜਿਸ ਨੂੰ ਗਾਇਨ ਕੀਤਾ ਸੀ ਬੀਬੀ ਗੁਰਪ੍ਰੀਤ ਕੌਰ ਜੀ ਨੇ ਰਾਗ ਸਾਰੰਗ ਦੇ ਵਿੱਚ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਕਿ ਅਸੀਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ ਸ਼ੰਤ ਫੋਰਥ ਮਹਿਲ ਫਸਟ ਹਾਊਸ One universal creator God by the grace of the true Guru. When the dear Lord grants, one meditates on the name of the Lord, meeting the true Guru through loving faith and devotion. One intuitively sings the glorious praises of the Lord. Singing his glorious praises continually, night and day, one blossom forth. When it is pleasing to the true Lord, egotism, self-conceit, and Maya are forsaken, and he is intuitively observed into the Naam. The Creator himself acts. When he gives, then we receive. When the dear Lord grants his grace, we meditate on the Naam. Deep within, I feel true love for the perfect true Guru. I serve him day and night. I never forget him. I never forget him. I remember him night and day. When I chant the Naam, then I live. With my ears, I hear about him, and my mind is satisfied. As Gurmukh, I drink in the ambrosial nectar. If he bestows his glance of grace, then I shall meet the true Guru. My discriminating intellect would contemplate him night and day. Deep within, I feel true love for the perfect Guru. By great good fortune, one joins the Sadh Sangat, the true congregation. Then one comes to savor the subtle essence of the Lord. Night and day, he remains lovingly focused on the Lord. He merges in celestial peace. Merging in celestial peace, he becomes pleasing to Lord's mind. He remains forever unattached and untouched. He receives honor in this world and the next.
lovingly focused on Lord's name. He is liberated from both pleasure and pain. He is pleased by whatever God does. By great good fortune, one joins the Sadh Sangat, the true congregation, and then one comes to savor the subtle essence of the Lord. In the love of duality, there is pain and suffering. The messenger of death eyes the self-willed manmukhs. They cry and howl day and night, caught by the pain of Maya. Caught by the pain of Maya, provoked by his ego, he passes his life crying out, Mine, mine. He does not remember God, the giver, and in the end he departs regretting and repenting. Without the name, nothing shall go along with him, not his children, spouse, or the enticement of Maya. In the love of duality, there is pain and suffering. The messenger of death eyes the self-willed manmukhs. Granting his grace, the Lord has merged me with himself. I have found the mention of the Lord's presence. I remain standing with my palms pressed together. I have become pleasing to God's mind. When one is pleasing to God's mind, then he merges in the hukum of the Lord's command. Surrendering to his hukum, he finds peace. Night and day he chants the Lord's name. Day and night, intuitively, naturally, he meditates on the name of the Lord. Through the Naam, the glorious greatness of the Naam is obtained. The Naam is pleasing to Nanak's mind. Granting his grace, the Lord has merged me with himself. I have found the mention of the Lord's presence. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਰਾਗ ਤਨਾਸਰੀ ਦੇ ਵਿੱਚ ਸ਼ੰਤ ਸੀ, ਜਿਹੜਾ ਕਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 690 ਅੰਗ ਤੇ ਸੁਸ਼ੋਭਿਤ ਹੈ ਇਹ ਸ਼ਬਦ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। माटी को पुत्र कैसे नचत है, माटी को पुत्र कैसे नचत है, माटी को पुत्र कैसे नचत है, देखा देखा सुने बोले दौड़ो फिरत है, माटी को पुत्र नचत है, देखा देखा सुने बोले दौड़ो फिरत है, माटी को पुत्र कैसे नचत है, देखा देखा सुने बोले दौड़ो फिरत है, माटी को पुत्र कैसे नचत है। जब कछ पावे तब गर्भ करत है, गर्भ करत है, जब कछ पावे तब गर्भ करत है, गर्भ करत है, माया गई तब रोवन लगत है, रोवन लगत है, माया गई तब रोवन लगत है, रोवन लगत है, रोवन लगत है, माटी को पुत्र
मन बच कर्म रस कसे लुभाना, रस कसे लुभाना, मन बच कर्म रस कसे लुभाना, रस कसे लुभाना, बिनस गया जाए कहूँ समाना, कहूँ समाना, बिनस गया जाए कहूँ समाना, कहूँ समाना, कहूँ समाना, माटी को पुतरा कैसे नचत है, माटी को पुतरा कैसे नचत है, देखा देखा सुने बोले दौड़ो फिरत है, माटी को पुतरा कैसे नचत है, देखा देखा सुने बोले दौड़ो फिरत है, माटी को पुतरा कैसे नचत है। कह रविदास बाजी जग पाई, बाजी जग पाई, कह रविदास बाजी जग पाई, बाजी जग पाई, बाजीगर सो मोहे प्रीत बन आई, प्रीत बन आई, बाजीगर सो मोहे प्रीत बन आई, प्रीत बन आई, प्रीत बन आई, माटी को पुतरा कैसे नचत है, माटी को पुतरा कैसे नचत है, देखा देखा सुने बोले दौड़ो फिरत है, माटी को पुतरा कैसे नचत है, माटी को पुतरा कैसे नचत है, देखा देखा सुने बोले दौड़ो फिरत है, माटी को पुतरा कैसे नचत है, माटी को पुतरा कैसे नचत है, देखा देखा सुने बोले दौड़ो फिरत है, माटी को पुतरा कैसे नचत है, माटी को पुतरा कैसे नचत है, माटी को पुतरा कैसे नचत है। ਹਾਂਜੀ, ਇਹ ਸਨ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਪ ਜੀ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਕੋਹਿਨੂਰ ਰੇਡੀਓ ਤੇ 97.3 FM ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਜਿਵੇਂ ਕਿ ਸਾਡੇ ਸਰੋਤੇ ਜਾਣਦੇ ਨੇ, ਕੁਝ ਸਮਾਂ ਪਹਿਲਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਿਨ੍ਹਾਂ ਮਹਾਂਪੁਰਖਾਂ ਦੀ, ਗੁਰੂ ਸਾਹਿਬਾਨ ਦੀ, ਭਗਤਾਂ ਸਾਹਿਬਾਨ ਦੀ ਬਾਣੀ ਜਿਹੜੀ ਦਰਜ ਹੈ, ਉਹਨਾਂ ਦੇ ਬਾਰੇ ਦੇ ਵਿੱਚ ਕੁਝ ਸ਼ਬਦ ਜਿਹੜੇ ਕਿ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੇ ਲਿਖੇ ਹੋਏ ਉਹਨਾਂ ਦੀ ਕਿਤਾਬ ਗੁਰੂ ਗ੍ਰੰਥ ਸਾਹਿਬ ਦਰਸ਼ਨ ਦੇ ਵਿੱਚੋਂ ਸਾਂਝੇ ਕਰਦੇ ਆ ਰਹੇ ਹਾਂ। ਤੇ ਅੱਜ ਵੀ ਇਸੇ ਲੜੀ ਦੇ ਵਿੱਚ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ, ਉਹਨਾਂ ਦੇ ਨਾਲ ਸੰਬੰਧਿਤ ਕੁਝ ਜਾਣਕਾਰੀ, ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਕੁਝ ਜਾਣਕਾਰੀ ਜਿਹੜੀ ਸੰਤ ਜੀ ਨੇ ਲਿਖੀ ਹੈ, ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਬਿਓਰਾ ਜਿਹੜਾ ਇਸ ਤਰ੍ਹਾਂ ਲਿਖਿਆ ਗਿਆ ਹੈ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਤੇ ਗੁਰੂ ਪਦਵੀ ਉਪਰੰਤ ਆਪ ਜੀ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਕਲਾਏ। 24 ਸਤੰਬਰ 1534 ਈਸਵੀ ਨੂੰ ਤੇ ਕੱਤਕ ਬਦੀ 2 1591 ਬਿਕਰਮੀ ਸੰਮਤ ਦੇ ਵਿੱਚ ਨੂੰ ਆਪ ਜੀ ਦਾ ਪ੍ਰਕਾਸ਼ ਹੋਇਆ। ਪ੍ਰਕਾਸ਼ ਸਥਾਨ ਚੂਨਾ ਮੰਡੀ, ਲਾਹੌਰ, ਪਾਕਿਸਤਾਨ ਦੇ ਵਿੱਚ। ਪਿਤਾ ਜੀ ਦਾ ਨਾਮ ਸ੍ਰੀ ਹਰਦਾਸ ਜੀ ਸੋਢੀ ਕੁਲ ਦੇ ਵਿੱਚੋਂ। ਮਾਤਾ ਜੀ ਦਾ ਨਾਮ ਮਾਤਾ ਦਇਆ ਕੌਰ ਅਨੂਪੀ ਜੀ ਤੇ ਗੁਰੂ ਕੇ ਮਹਿਲ ਬੀਬੀ ਭਾਨੀ ਜੀ ਤੇ ਸੰਤਾਨ
ਸ੍ਰੀ ਪਿਰਥੀ ਚੰਦ ਜੀ, ਸ੍ਰੀ ਮਹਾਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ। ਗੁਰਤਾ ਗੱਦੀ ਦਾ ਸਮਾਂ ਤੇ ਸਥਾਨ 30 ਅਗਸਤ 1574 ਈਸਵੀ, ਗੋਇੰਦਵਾਲ ਸਾਹਿਬ। ਤੇ ਆਪ ਨੇ ਤਕਰੀਬਨ 7 ਸਾਲ ਗੁਰਤਾ ਗੱਦੀ ਕੀਤੀ ਤੇ ਜੋਤੀ ਜੋਤ ਆਪ ਜੀ 1 ਸਤੰਬਰ 1581 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਸਮਾਏ। ਆਪ ਜੀ ਦੀ ਕੁੱਲ ਆਯੂ ਸਰੀਰਕ ਤੌਰ ਤੇ 47 ਵਰ੍ਹੇ ਸੀ। 30 ਰਾਗਾਂ ਦੇ ਵਿੱਚ 779 ਸ਼ਬਦ ਆਪ ਜੀ ਨੇ ਉਚਾਰਨ ਕੀਤੇ, ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਨੇ। ਆਪ ਜੀ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਰਕੇ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕੀਤਾ। ਮਾਇਕ ਖਰਚਿਆਂ ਨੂੰ ਪੂਰੇ ਕਰਨ ਦੇ ਲਈ ਮਸੰਦ ਪਰੰਪਰਾ ਕਾਇਮ ਕੀਤੀ ਤੇ ਯੋਜਨਾਬੱਧ ਤਰੀਕੇ ਦੇ ਨਾਲ ਸਿੱਖੀ ਪ੍ਰਚਾਰ ਦਾ ਕੰਮ ਪੰਜਾਬ ਤੋਂ ਬਾਹਰ ਵੀ ਸ਼ੁਰੂ ਕੀਤਾ। ਸਿੱਖਾਂ ਵਿੱਚ ਵੱਖੋ ਵੱਖਰੇ ਰਸਮੋ ਰਿਵਾਜ ਪ੍ਰਚਲਿਤ ਸਨ ਤੇ ਆਪ ਜੀ ਨੇ ਲਾਵਾਂ ਦੀ ਬਾਣੀ ਰਚ ਕੇ ਆਨੰਦ ਵਿਵਾਹ ਦੀ ਪ੍ਰਥਾ ਪ੍ਰਚਲਿਤ ਕੀਤੀ। ਸਿੱਖਾਂ ਨੂੰ ਮਾਲੀ ਤੌਰ ਤੇ ਆਪਣੇ ਪੈਰਾਂ ਤੇ ਨਿਰਭਰ ਕਰਨ ਦੇ ਲਈ ਆਪ ਜੀ ਨੇ ਵੱਖ-ਵੱਖ ਕਿਸਮਾਂ ਦੇ 52 ਕਿਰਤੀ ਕਾਮਿਆਂ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਸਾ ਕੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ। ਸੋ ਇਹ ਤਾਂ ਸੀ ਸੰਖੇਪ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਵਿਵਰਾ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ, ਤੇ ਉਸ ਤੋਂ ਬਾਅਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਨੇ ਲਿਖੇ ਨੇ, ਉਹ ਆਪ ਜੀ ਦੇ ਨਾਲ ਸਾਂਝੇ ਕਰਾਂਗੇ। अब गुरु रामदास को मिली बड़ाई, अब गुरु रामदास को मिली बड़ाई, अब गुरु रामदास को मिली बड़ाई। सोडी श्रेष्ठ सकल तारण को, सोडी श्रेष्ठ सकल तारण को, अब गुरु रामदास को मिली बड़ाई, अब गुरु रामदास को मिली बड़ाई। सोडी श्रेष्ठ सकल तारण को, सोडी श्रेष्ठ सकल तारण को, अब गुरु रामदास को मिली बड़ाई, अब गुरु रामदास को मिली बड़ाई। नानक नाम निरंजन जानो, कीनी भगत प्रेम लिव लाई। नानक नाम निरंजन जानो, कीनी भगत प्रेम लिव लाई, कीनी भगत प्रेम लिव लाई, कीनी भगत प्रेम लिव लाई। अब गुरु रामदास को मिली बड़ाई, अब गुरु रामदास को मिली बड़ाई। सोडी श्रेष्ठ सकल तारण को, सोडी श्रेष्ठ सकल तारण को, अब गुरु रामदास को मिली बड़ाई।
अब गुरु रामदास को मिली बड़ाई। ताते अंग अंग संग पयो सायर, इन शब्द सूरत की नींव रखाई। ताते अंग संग पयो सायर, इन शब्द सूरत की नींव रखाई। इन शब्द सूरत की नींव रखाई। तिन शब्द सूरत की नींव रखाई। अब गुरु रामदास को मिली बड़ाई। अब गुरु रामदास को मिली बड़ाई। सोडी श्रेष्ठ सकल तारण को, सोडी श्रेष्ठ सकल तारण को। अब गुरु रामदास को मिली बड़ाई। अब गुरु रामदास को मिली बड़ाई। गुर अमरदास की कथ कथा है, एक जी कछ कही न जाई। गुर अमरदास की कथ कथा है, एक जी कछ कही न जाई। एक जी कछ कही न जाई। एक जी कछ कही न जाई। अब गुरु रामदास को मिली बड़ाई। अब गुरु रामदास को मिली बड़ाई। सोडी श्रेष्ठ सकल तारण को, सोडी श्रेष्ठ सकल तारण को। अब गुरु रामदास को मिली बड़ाई। अब गुरु रामदास को मिली बड़ाई। गुर अमरदास की कथ कथा है, एक जी कछ कही न जाई। गुर अमरदास की कथ कथा है, एक जी कछ कही न जाई। एक जी कछ कही न जाई। एक जी कछ कही न जाई। अब गुरु रामदास को मिली बड़ाई। अब गुरु रामदास को मिली बड़ाई। सोडी श्रेष्ठ सकल तारण को, सोडी श्रेष्ठ
सोटी श्रेष्ठ सकल तारण को, सोटी श्रेष्ठ सकल तारण को, अब गुरु रामदास को मिली बड़ाई, अब गुरु रामदास को मिली बड़ाई, अब गुरु रामदास को मिली बड़ाई। वाहिगुरू। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ, ਸੋਢੀ श्रेष्ठ सकल तारण को, अब गुरु रामदास को मिली बड़ाई। ਸ੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ, ਦਾ ਪ੍ਰਕਾਸ਼ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਹਰੀਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਨੂਪੀ ਜਾਂ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਆਪ ਜੀ ਉਦਾਸ ਸੁਭਾਅ ਦੇ ਮਾਲਕ ਸਨ। ਅਡੋਲ, ਧੀਰਜਵਾਨ, ਧਰਮ ਦੀ ਮੂਰਤ ਤੇ ਵੰਡਣ ਦੀ ਰੁਚੀ ਦੇ ਧਾਰਨੀ ਸਨ। ਆਪ ਜੀ ਨੇ ਅਜੇ ਬਚਪਨ ਦੇ ਵਿੱਚੋਂ ਪੈਰ ਕੱਢੇ ਹੀ ਨਹੀਂ ਸਨ ਕਿ 7 ਸਾਲ ਦੀ ਉਮਰੇ ਹੀ ਆਪ ਜੀ ਦੇ ਮਾਤਾ ਜੀ ਤੇ ਥੋੜੇ ਸਮੇਂ ਬਾਅਦ ਆਪ ਜੀ ਦੇ ਪਿਤਾ ਜੀ ਪ੍ਰਭੂ ਨੂੰ ਪਿਆਰੇ ਹੋ ਗਏ। ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਆਪ ਜੀ ਯਤੀਮਾਂ ਦੀ ਤਰ੍ਹਾਂ ਦਿਨ ਕਟੀ ਕਰਨ ਲੱਗੇ। ਸਕੇ ਚਾਚੇ ਤਾਏ ਵੀ ਆਪ ਨੂੰ ਮਦਦ ਜਾਂ ਪਿਆਰ ਦੇਣ ਤੋਂ ਪਿੱਛੇ ਹਟ ਗਏ। ਆਪ ਜੀ ਦੇ ਨਾਨੀ ਜੀ ਆਪਣੇ ਦੋਹਤੇ ਭਾਈ ਜੇਠਾ ਜੀ ਨੂੰ ਲਾਹੌਰ ਤੋਂ ਬਾਸਰ ਕੇ ਲੈ ਕੇ ਆਪਣੇ ਪਾਸ ਲੈ ਆਏ। ਆਪ ਜੀ ਦਾ ਇੱਕ ਭਰਾ ਹਰਦਿਆਲ ਜੀ ਤੇ ਇੱਕ ਭੈਣ ਜਿਸ ਦਾ ਨਾਮ ਸੀ ਰਾਮਦਾਸੀ ਜੀ, ਜੋ ਕਿ ਆਪ ਜੀ ਤੋਂ ਛੋਟੇ ਸਨ। ਉਹਨਾਂ ਦੀ ਜ਼ਿੰਮੇਵਾਰੀ ਵੀ ਆਪ ਉੱਤੇ ਸੀ। ਕਿਸੇ ਅੱਗੇ ਹੱਥ ਅੱਡਣ ਦੀ ਥਾਂ ਆਪ ਜੀ ਨੇ ਆਪਣੇ ਤੇ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਘੁੰਗਣੀਆਂ ਦਾ ਛਾਬਾ ਲਾਉਣਾ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਆਪ ਜੀ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਆ ਗਏ। ਉਸ ਸਮੇਂ ਆਪ ਜੀ ਦੀ ਆਯੂ 16 ਸਾਲ ਦੀ ਹੋ ਚੁੱਕੀ ਸੀ। ਥੋੜਾ ਸਮਾਂ ਆਪ ਜੀ ਕਿਰਤ ਵੱਲ ਲਗਾਉਂਦੇ, ਬਾਕੀ ਦਾ ਸਮਾਂ ਗੁਰੂ ਘਰ ਦੀ ਸੇਵਾ ਵਿੱਚ ਸਫਲਾ ਕਰਦੇ। ਨਿਸ਼ਕਾਮ ਤੇ ਗਾਖੜੀ ਸੇਵਾ ਕਰਨ ਸਦਕਾ ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਪਾਵਨ ਚੜ੍ਹ ਗਏ। ਇੱਕ ਸਮੇਂ ਮਾਤਾ ਰਾਮੋ ਜੀ, ਜਿਹੜੇ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੇ ਮਹਿਲ ਸਨ, ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਬੀਬੀ ਭਾਨੀ ਵਰ ਪ੍ਰਾਪਤ ਹੋ ਚੁੱਕੀ ਹੈ, ਯੋਗ ਵਰ ਦੀ ਭਾਲ ਕਰਨ ਵੱਲ ਧਿਆਨ ਦੇਵੋ। ਸ੍ਰੀ ਗੁਰੂ ਅਮਰਦਾਸ ਜੀ ਨੇ ਸੁਭਾਵਿਕ ਪੁੱਛਿਆ ਕਿ ਵਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਮਾਤਾ ਰਾਮੋ ਜੀ ਨੇ ਭਾਈ ਜੇਠਾ ਜੀ, ਜੋ ਆਪਣੇ ਸਿਰ ਤੇ ਸੇਵਾ ਦੀ ਟੋਕਰੀ ਲੈ ਕੇ ਜਾ ਰਹੇ ਸਨ, ਉਹਨਾਂ ਵੱਲ ਇਸ਼ਾਰਾ ਕਰਕੇ ਕਿਹਾ, ਪਾਤਸ਼ਾਹ ਇਹੋ ਜਿਹਾ ਵਰ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਉੱਤਰ ਦਿੱਤਾ, ਰਾਮੋ ਇਹਦੇ ਵਰਗਾ ਤਾਂ ਇਹ ਹੀ ਹੈ। ਮਾਤਾ ਰਾਮੋ ਜੀ ਦੀ ਸਲਾਹ ਦੇ ਨਾਲ ਬੀਬੀ ਭਾਨੀ ਜੀ ਦਾ ਰਿਸ਼ਤਾ ਭਾਈ ਜੇਠਾ ਜੀ ਦੇ ਨਾਲ ਹੋ ਗਿਆ। ਰਿਸ਼ਤਾ ਹੋਣ ਉਪਰੰਤ ਵੀ ਆਪ ਜੀ ਪਹਿਲੇ ਦੀ ਤਰ੍ਹਾਂ ਹੀ ਗੁਰੂ ਘਰ ਦੀ ਨਿਰੰਤਰ ਸੇਵਾ ਕਰਦੇ ਰਹੇ। ਸੇਵਾ ਦੇ ਵਿੱਚ ਭੋਰਾ ਜਿੰਨਾ ਵੀ ਫਰਕ ਨਹੀਂ ਪੈਣ ਦਿੱਤਾ ਤੇ ਨਾ ਹੀ ਰਿਸ਼ਤੇਦਾਰੀ ਦਾ ਹੰਕਾਰ ਮਨ ਵਿੱਚ ਵੜਨ ਦਿੱਤਾ। ਬੰਸਾਵਲੀ ਨਾਮੇ ਦਾ ਕਥਨ ਹੈ, ਸਾਕ ਨਾ ਜਾਤਾ ਹਿਰਦੇ ਰੱਖਿਆ ਸੇਵਕੀ ਭਾਓ, ਚਲ ਚਲਾਈ ਚਚਲਾਈ ਚਤਰਾਈ, ਨਾ ਖੇਡਣ ਹੱਸਣ ਦਾ ਦਾਓ, ਪ੍ਰੀਤ ਚਰਨਾਂ ਦੀ ਸੇਵਕੀ ਰੱਖੀ, ਬਿਨਾ ਸਤਿਗੁਰ ਹੋਰ ਨਾ ਦੇਖਣ ਅੱਖੀ, ਬਰਸ 28 ਸੇਵਕੀ ਕੀਤੀ, ਸਹੁਰੇ ਨਾ ਜਾਤੇ। ਬੰਸਾਵਲੀਨਾਮਾ। ਅਕਬਰ ਜਦੋਂ 1566 ਈਸਵੀ ਨੂੰ ਲਾਹੌਰ ਆਇਆ, ਸਨਾਤਨੀ ਲੋਕਾਂ ਨੇ ਸਤਿਗੁਰਾਂ ਖਿਲਾਫ ਬਹੁਤ ਸਾਰੀਆਂ ਅਰਜ਼ੀਆਂ ਦੇ ਰੂਪ ਵਿੱਚ
ਬਾਦਸ਼ਾਹ ਦੇ ਅੱਗੇ ਬੇਨਤੀਆਂ ਕੀਤੀਆਂ ਕਿ ਇਹਨਾਂ ਨੇ ਭਾਵ ਕਿ ਗੁਰੂ ਸਾਹਿਬਾਨ ਨੇ ਵਰਨ ਆਸ਼ਰਮ ਵਾਲਾ ਧਰਮ ਤਿਆਗ ਦਿੱਤਾ ਹੈ। ਰਾਮ ਰਾਮ ਦੀ ਥਾਂ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਗਾਇਤਰੀ ਦੇ ਪਾਠ ਅਤੇ ਤ੍ਰੈਕਾਲ ਸੰਧਿਆ ਨਹੀਂ ਉਚਾਰਦੇ, ਬ੍ਰਾਹਮਣਾਂ ਨੂੰ ਨਹੀਂ ਪੂਜਦੇ, ਗੁਰਬਾਣੀ ਪੜ੍ਹਦੇ ਨੇ ਤੇ ਸਭ ਵਰਨਾਂ ਨੂੰ ਇੱਕੋ ਥਾਂ ਇਕੱਠਾ ਪ੍ਰਸ਼ਾਦ ਛਕਾਉਂਦੇ ਨੇ। ਇਸ ਤਰ੍ਹਾਂ ਦੀਆਂ ਫਜ਼ੂਲ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਅਕਬਰ ਦਾ ਸੁਨੇਹਾ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮਿਲਿਆ, ਤਦ ਆਪ ਜੀ ਨੇ ਭਾਈ ਜੇਠਾ ਜੀ ਨੂੰ ਸਭ ਦੇ ਉੱਤਰ ਦੇਣ ਦੇ ਲਈ ਲਾਹੌਰ ਭੇਜਿਆ। ਆਪ ਜੀ ਨੇ ਟਿਕਾਣਾ ਚੂਨਾ ਮੰਡੀ ਕੀਤਾ, ਹਰਕਾਰਾ ਆਦਰ ਦੇ ਨਾਲ ਲੈਣ ਆਇਆ। ਆਪ ਜੀ ਰਾਜ ਦਰਬਾਰ ਪੁੱਜੇ। ਬ੍ਰਾਹਮਣਾਂ ਦੇ ਪ੍ਰਸ਼ਨਾਂ ਦੇ ਉੱਤਰ ਵਿੱਚ ਜਿਹੜੇ ਕਿ ਉੱਥੇ ਬੈਠੇ ਸਨ ਬ੍ਰਾਹਮਣ ਵੀ, ਸਭ ਤੋਂ ਪਹਿਲਾਂ ਆਪ ਜੀ ਨੇ ਗਾਇਤਰੀ ਮੰਤਰ ਪ੍ਰਤੀ ਫਰਮਾਇਆ ਕਿ ਗਾਇਤਰੀ ਮੰਤਰ ਵੇਦ ਰੀਤੀ ਅਨੁਸਾਰ ਕਿਸੇ ਮਲੇਸ਼ ਦੇ ਸਾਹਮਣੇ ਪੜ੍ਹ ਹੀ ਨਹੀਂ ਸਕਦੇ, ਪਰ ਗੁਰੂ ਕੀ ਬਾਣੀ ਤੇ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ। ਗਾਇਤਰੀ ਕੇਵਲ ਦਵਿਜ ਬ੍ਰਾਹਮਣ ਖੱਤਰੀ ਵੈਸ਼ ਹੀ ਪੜ੍ਹ ਸਕਦਾ ਹੈ। ਦੂਸਰੇ ਗਾਇਤਰੀ ਕੇਵਲ ਸੂਰਜ ਦੀ ਪੂਜਾ ਦਾ ਲਖਾਇਕ ਹੈ, ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਸ ਦਰ ਦੀ ਸੋਝੀ ਦਿੱਤੀ ਹੈ ਜਿੱਥੇ ਅਨੇਕਾਂ ਸੂਰਜ ਚੰਦ ਸਿਰ ਨਵਾ ਰਹੇ ਨੇ ਤੇ ਉਸ ਦਾ ਜਸ ਗਾਇਨ ਕਰ ਰਹੇ ਨੇ। ਓਂਕਾਰ ਨਾਲੋਂ ਇੱਕ ਤਾਂ ਪਹਿਲਾਂ ਪਾਇਆ ਹੈ, ਤਾਂ ਗੁਰੂ ਨਾਨਕ ਸਾਹਿਬ ਦਾ ਮਤ ਇੱਕ ਅੱਲਾ ਵਾਹਿਦ ਲਾ ਸ਼ਰੀਕ ਦਾ ਪੁਜਾਰੀ ਹੈ। ਸੰਸਕ੍ਰਿਤ ਭਾਸ਼ਾ ਦਾ ਤਿਆਗ ਤਦ ਕੀਤਾ ਹੈ ਕਿਉਂਕਿ ਇਸ ਬੋਲੀ ਨੂੰ ਆਮ ਲੋਕ ਸਮਝਦੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੋਕਾਈ ਨੂੰ ਲੋਕਾਂ ਦੀ ਬੋਲੀ ਦੇ ਵਿੱਚ ਪ੍ਰਭੂ ਦਾ ਗਿਆਨ ਬਖਸ਼ਿਆ ਹੈ, ਤਾਂ ਜੋ ਸਾਰੇ ਜਨ ਸਧਾਰਨ ਦੀ ਕਲਿਆਣ ਹੋ ਸਕੇ। ਜਿੱਥੇ ਬ੍ਰਾਹਮਣ ਜਾਤ ਪਾਤ ਇੱਕ ਸ਼੍ਰੇਣੀ ਦਾ ਜੂਲਾ ਦੂਜੀ ਸ਼੍ਰੇਣੀ ਤੇ ਪੱਕਾ ਕਰਨ ਲਈ ਉਹਨਾਂ ਨੇ ਜਾਤ ਪਾਤ ਘੜੀ ਸੀ, ਗੁਰਮਤ ਜਾਤ ਜਨਮ ਤੋਂ ਨਹੀਂ ਕਰਮ ਤੋਂ ਮੰਨਦੀ ਹੈ। ਸਾ ਜਾਤ ਸਾ ਪਤ ਹੈ ਜਿਹਾ ਕਰਮ ਕਮਾਏ। ਤੀਰਥ ਕਿਸੇ ਜਲ ਜਾਂ ਬਨਸਪਤੀ ਕਰਕੇ ਨਹੀਂ ਪਵਿੱਤਰ, ਮਹਾਂਪੁਰਖਾਂ ਦੇ ਜਪ ਸਿਮਰਨ ਕਾਰਨ ਪਵਿੱਤਰ ਹੋਏ ਨੇ। ਜਿੱਥੇ ਵੀ ਨਾਮੀ ਵਸਦਾ ਹੈ ਉਹ ਹੀ ਤੀਰਥ ਅਸਥਾਨ ਹੈ। ਗੁਰੂ ਦਾ ਸੰਦੇਸ਼ ਹੈ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤਨਾਸਰੀ ਮਹੱਲਾ ਪਹਿਲਾ ਅੰਗ 687। ਗੁਰੂ ਘਰ ਅੱਲਾ ਨਾਲ ਤੇ ਅੱਲਾ ਦੀ ਰਚੀ ਲੋਕਾਈ ਦੇ ਨਾਲ ਪਿਆਰ ਸਿਖਾਉਂਦਾ ਹੈ। ਜਿੱਥੇ ਇੱਕ ਦੂਜੇ ਨਾਲ ਪਿਆਰ ਵੱਧਦਾ ਹੈ ਉੱਥੇ ਪਿਆਰ ਦੁਆਰਾ ਆਤਮਾ ਨੂੰ ਖੇੜਾ ਮਿਲਦਾ ਹੈ। ਤੁਸੀਂ ਲੋਕ ਤ੍ਰੈ ਕਾਲ ਸੰਧਿਆ ਨੂੰ ਮੰਨਦੇ ਹੋ। ਗੁਰਮਤ ਹਰ ਸਮੇਂ ਸਾਈਂ ਦੀ ਹਜ਼ੂਰੀ ਸਿਖਾਉਂਦੀ ਹੈ। ਹਰ ਸਮੇਂ ਨਾਮ ਜਪ ਦੁਆਰਾ ਉਹ ਮਾਲਕ ਦੀ ਹਜ਼ੂਰੀ ਦਾ ਆਨੰਦ ਮਾਣਨਾ ਦਾ ਉਪਦੇਸ਼ ਦਿੰਦੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ। ਮੂਰਤੀ ਇੱਕ ਥਾਂ ਅਸਥਿਤ ਹੈ। ਪਰਮੇਸ਼ਰ ਖੁਦਾ ਸਰਵ ਵਿਆਪੀ ਹੈ। ਮੂਰਤੀ ਕ੍ਰਿਤ ਹੈ। ਗੁਰਮਤ ਕ੍ਰਿਤ ਦੀ ਪੂਜਾ ਤੋਂ ਵਰਜ ਕੇ ਕਰਤੇ ਦੀ ਇਬਾਦਤ ਦ੍ਰਿੜ ਕਰਾਉਂਦੀ ਹੈ। ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ ਹੈ, ਮਨ ਮੇਰੇ ਕਰਤੇ ਨੂੰ ਸਲਾਹੇ, ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ। ਦਇਆ ਦੇ ਧਾਰਨੀ ਬਣਨਾ ਹੀ ਦੇਵ ਪੂਜਾ ਹੈ। ਸੱਚ ਦੇ ਧਾਰਨੀ ਬਣ ਕੂੜ ਦਾ ਤਿਆਗ ਕਰਨਾ ਹੀ ਵਰਤ ਹੈ। ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਉਸ ਅਨੁਸਾਰ ਚੱਲਣਾ, ਇਹ ਆਤਮਾ ਨੂੰ ਪਵਿੱਤਰ ਕਰਦਾ ਹੈ। ਹਰੇਕ ਵਿੱਚ ਅੱਲਾ ਦਾ ਨੂਰ ਵੇਖਣਾ ਤੇ ਕਿਸੇ ਦੀ ਆਤਮਾ ਨੂੰ ਨਾ ਦਿਖਾਉਣਾ ਸਭ ਤੋਂ ਵੱਡੀ ਪੂਜਾ ਹੈ। ਗੁਰੂ ਘਰ ਸਭ ਨੂੰ ਮਾਣ ਸਤਿਕਾਰ ਦਿੰਦਾ ਹੈ, ਪਰ ਬ੍ਰਾਹਮਣ ਸਭ ਨੂੰ ਤੁਛ ਤੇ ਹੀਣਾ ਸਮਝਦੇ ਨੇ। ਸਵਾਰਥੀ ਤੇ ਲੋਭੀ ਮਾਇਆ ਦੇ ਪਿੱਛੇ ਦੌੜਦੇ ਨੇ, ਪਰ ਗੁਰੂ ਘਰ ਤਾਂ ਦੂਜੇ ਡੰਗ ਵਾਸਤੇ ਵੀ ਕੁਝ ਬਚਾ ਕੇ ਨਹੀਂ ਰੱਖਦੇ। ਹਮੇਸ਼ਾ ਪਰਮੇਸ਼ਰ ਅਤੇ ਪ੍ਰਾਲਬਧ ਤੇ ਭਰੋਸਾ ਰੱਖਦੇ ਨੇ। ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਸੁਣ ਕੇ ਸਭ ਸ਼ਾਂਤ ਹੋ ਗਏ। ਕਿਸੇ ਨੂੰ ਕੋਈ ਉੱਤਰ ਨਾ ਆਇਆ। ਅਕਬਰ ਬਾਦਸ਼ਾਹ ਨੇ ਭਰੇ ਦਰਬਾਰ ਦੇ ਵਿੱਚ ਹੁਕਮ ਕੀਤਾ, ਪਰਮੇਸ਼ਰ ਦਰਵੇਸ਼ ਜੇ ਦਊ, ਨਹੀਂ ਭੇਦ ਏਕੋ ਇਹ ਸੋਊ। ਸਭ ਨੂੰ ਮੁਖਾਤਿਬ ਕਰਕੇ ਕਿਹਾ, ਇਹਨਾਂ ਦੇ ਨਾਲ ਚਰਚਾ ਕਰਨੀ ਨਹੀਂ ਸੋਭਦੀ। ਜੈ ਫਕਰ ਮੌਲਾ ਜਾਤ
नहीं चले इन सो बात, मौला बली नहीं ਭੇਦ, ਕਿਆ ਹੋਏ ਪੜ੍ਹੀਐ ਬੇਦ। ਗੁਰੂ ਹੁਕਮ ਦੇ ਵਿੱਚ ਭਾਈ ਜੇਠਾ ਜੀ ਨੇ ਸਭ ਨੂੰ ਨਿਰੁੱਤਰ ਕਰਕੇ ਜਦ ਵਾਪਸ ਗੋਇੰਦਵਾਲ ਸਾਹਿਬ ਪਹੁੰਚੇ, ਸਤਿਗੁਰੂ ਜੀ ਨੇ ਅਸ਼ੀਸਾਂ ਬਖਸ਼ ਕੇ ਨਵਾਜਿਆ ਕਿ ਹੁਣ ਧੰਨ ਧੰਨ ਰਾਮਦਾਸ ਜਿਨ ਸਿਰਿਆ ਤਿਨੇ ਸਵਾਰਿਆ ਦੀਆਂ ਬਖਸ਼ਿਸ਼ਾਂ ਮਿਲਣੀਆਂ ਚੌਥੇ ਪਾਤਸ਼ਾਹ ਨੂੰ ਆਰੰਭ ਹੋ ਗਈਆਂ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ। ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਤਾਰਿਆ, ਆਪ ਸਿਰਜਣਹਾਰੈ ਤਾਰਿਆ। ਸਿੱਖੀਅਤ ਸੰਗਤੀ, ਸਿੱਖੀਅਤ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰ ਨਮਸਕਾਰਿਆ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ। ਅਟਲ ਅਥਾ ਤੋਲ ਤੂੰ, ਅਟਲ ਅਥਾ ਤੋਲ ਤੂੰ, ਤੇਰਾ ਅੰਤ ਨਾ ਪਾਰਾਵਾਰਿਆ, ਤੇਰਾ ਅੰਤ ਨਾ ਪਾਰਾਵਾਰਿਆ। ਜਿਨੇ ਤੂੰ ਸੇਵਿਆ ਪਾਉ ਕਰ, ਜਿਨੇ ਤੂੰ ਸੇਵਿਆ ਪਾਉ ਕਰ, ਸੇ ਤੁਧ ਪਾਰ ਉਤਾਰਿਆ, ਸੇ ਤੁਧ ਪਾਰ ਉਤਾਰਿਆ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਤਨ ਤਨ ਰਾਮਦਾਸ ਗੁਰ, ਤਨ
लब लोभ काम क्रोध मोह, लब लोभ काम क्रोध मोह, मार कढे तुध सपरवारिया, मार कढे तुध सपरवारिया, तन सो तेरा थान है, तन सो तेरा थान है, सच तेरा पैसकारिया, सच तेरा पैसकारिया, तन तन रामदास गुर, तन तन रामदास गुर, जिन सिरिया तिन सवारिया, जिन सिरिया तिन सवारिया, तन तन रामदास गुर, तन तन रामदास गुर। नानक तू लहड़ा तू है, नानक तू लहड़ा तू है, गुर अमर तू विचारिया, गुर अमर तू विचारिया, गुर डिठा ता मन साधारिया, तन तन रामदास गुर, तन तन रामदास गुर, जिन सिरिया तिन सवारिया, जिन सिरिया तिन सवारिया, तन तन रामदास गुर, तन तन रामदास गुर, जिन सिरिया तिन सवारिया, जिन सिरिया तिन सवारिया, तन तन रामदास गुर, तन तन रामदास गुर। पूरी होई करामात, पूरी होई करामात, आप सिरजनहारै तारिया, आप सिरजनहारै तारिया, सिੱਖੀ ਅਤੇ ਸੰਗਤੀ, ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰ ਨਮਸਕਾਰਿਆ, ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ, ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ, ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ। ਵਾਹਿਗੁਰੂ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ।
ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਸੰਬੰਧਿਤ ਕੁਝ ਗੱਲਾਂ ਜਿਹੜੀਆਂ ਨੇ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ ਕਿ ਕਿਵੇਂ ਗੁਰੂ ਰਾਮਦਾਸ ਜੀ ਮਹਾਰਾਜ ਉਸ ਸਮੇਂ ਭਾਈ ਜੇਠਾ ਜੀ ਦੇ ਨਾਂ ਦੇ ਨਾਲ ਜਾਣੇ ਜਾਂਦੇ ਸਨ ਤੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਿਹੜੇ ਸ਼ਿਕਾਇਤਾਂ ਜਿਹੜੀਆਂ ਬ੍ਰਾਹਮਣਾਂ ਨੇ ਕੀਤੀਆਂ ਸਨ ਉਹਨਾਂ ਦਾ ਜਵਾਬ ਦੇਣ ਲਈ ਜਾਂਦੇ ਨੇ ਤੇ ਉੱਥੇ ਸਾਰਿਆਂ ਨੂੰ ਨਿਰਉੱਤਰ ਕਰਕੇ ਆਉਂਦੇ ਨੇ। ਆਪ ਜੀ ਨੇ ਲੋਕ ਵਾਸ਼ਨਾ, ਦੇਹ ਵਾਸ਼ਨਾ, ਕੁੱਲ ਵਾਸ਼ਨਾ ਦਾ ਮਨ ਦੇ ਵਿੱਚੋਂ ਤਿਆਗ ਕਰ ਛੱਡਿਆ ਸੀ। ਆਪ ਜੀ ਨੇ ਅਨੇਕਾਂ ਤਾਹਨੇ ਮਿਹਣੇ ਸਹਾਰੇ ਸਨ ਕਿਉਂਕਿ ਆਪ ਜੀ ਬੀਬੀ ਭਾਨੀ ਜੀ ਦੇ ਪਤੀ ਸਨ ਤੇ ਇਸੇ ਰਿਸ਼ਤੇ ਦੇ ਨਾਲ ਜਿਹੜੇ ਨੇ ਉਹ ਗੁਰੂ ਘਰ ਦੇ ਵਿੱਚ ਉਸੇ ਤਰ੍ਹਾਂ ਸੇਵਾ ਕਰਦੇ ਸਨ ਜਿਵੇਂ ਕਿ ਹੋਰ ਸਿੱਖ ਸੇਵਾ ਕਰਦੇ ਸਨ, ਬਲਕਿ ਉਹਨਾਂ ਤੋਂ ਵੀ ਜ਼ਿਆਦਾ ਜਿਹੜਾ ਹੈ ਮਨ ਦੇ ਵਿੱਚ ਜਿਹੜੀ ਸ਼ਰਧਾ ਦੇ ਨਾਲ ਸੇਵਾ ਕਰਦੇ ਸਨ। ਤੇ ਆਪ ਦੇ ਜਿਹੜੇ ਹੈ ਪਿੱਛੇ ਜਿਹੜੇ ਲਾਹੌਰ ਦੇ ਵਿੱਚ ਜਿਹੜਾ ਆਪ ਦੇ ਸਰੀਕਾ ਸੀ ਉਹ ਕਈ ਵਾਰੀ ਬਹੁਤ ਸਾਰੇ ਤਾਨੇ ਮਿਹਣੇ ਜਿਹੜੇ ਆ ਉਹ ਸਤਿਗੁਰੂ ਜੀ ਨੂੰ ਦਿੰਦਾ। 24 ਸਾਲ ਤਨੋਂ ਮਨੋਂ ਸੇਵਾ ਕਰਕੇ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਨੂੰ ਰਿਝਾਇਆ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ 30 ਅਗਸਤ 1574 ਈਸਵੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆਪ ਜੀ ਨੂੰ ਸੌਂਪ ਦਿੱਤੀ ਤੇ ਆਪ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਮੋਢਿਆਂ ਉੱਪਰ ਸਾਰੀਆਂ ਜ਼ਿੰਮੇਵਾਰੀਆਂ ਪੈ ਗਈਆਂ। ਅਨੇਕਾਂ ਤਰ੍ਹਾਂ ਦੀ ਵਿਰੋਧਤਾ ਦਾ ਸਾਹਮਣਾ ਵੀ ਆਪ ਜੀ ਨੂੰ ਕਰਨਾ ਪਿਆ, ਪਰ ਆਪ ਜੀ ਨੇ ਖਿਮਾ ਤੇ ਧੀਰਜ ਵਿੱਚ ਰਹਿੰਦਿਆਂ ਸਹਿਨਸ਼ੀਲਤਾ ਦੇ ਪੂਰਨੇ ਵਾਹੇ ਤੇ ਫਰਮਾਇਆ, ਬਦਲੇ ਨਹੀਂ ਲੈਣੇ, ਧੀਰਜ ਨਾਲੋਂ ਕੋਈ ਵੱਡਾ ਤਪ ਨਹੀਂ, ਸੰਤੋਖ ਨਾਲੋਂ ਕੋਈ ਵੱਡਾ ਸੁਖ ਨਹੀਂ, ਲਾਲਚ ਨਾਲੋਂ ਵੱਡੀ ਕੋਈ ਬੁਰਾਈ ਨਹੀਂ, ਦਇਆ ਨਾਲ ਵੱਡੀ ਕੋਈ ਨੇਕੀ ਨਹੀਂ, ਖਿਮਾ ਨਾਲੋਂ ਕੋਈ ਵੱਡਾ ਸ਼ਾਸਤਰ ਨਹੀਂ, ਜੋ ਕੋਈ ਬੀਜ ਰਿਹਾ ਹੈ ਅਵਸ਼ ਵੱਢੇਗਾ। ਆਪ ਜੀ ਨੇ ਫਰਮਾਇਆ ਕਿ ਜੇ ਅਸੀਂ ਵੀ ਉਹਨਾਂ ਦੀ ਵਿਰੋਧਤਾ ਕਰਾਂਗੇ ਤਾਂ ਸਾਡੇ ਤੇ ਉਹਨਾਂ ਵਿੱਚ ਕੀ ਫਰਕ ਹੈ। ਸਭਨਾਂ ਦਾ ਭਲਾ ਮੰਗਣਾ ਲੋੜੀਦਾ ਹੈ। ਜੋ ਨਿਰਵੈਰਾਂ ਦੇ ਨਾਲ ਬੈਰ ਕਰਦਾ ਹੈ ਮਾਨੋ ਉਹ ਸਾਰੇ ਸੰਸਾਰ ਦਾ ਪਾਪ ਆਪਣੇ ਸਿਰ ਉੱਤੇ ਚੁੱਕਦਾ ਹੈ। ਆਪ ਜੀ ਨੇ ਰਾਗ ਗੌੜੀ ਦੇ ਵਿੱਚ ਫਰਮਾਇਆ ਹੈ 307 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਿਰਵੈਰੈ ਨਾਲ ਜੇ ਬੈਰ ਰਚਾਏ, ਸਭ ਪਾਪ ਜਗਤੇ ਕਾ ਤਿੰਨ ਸਿਰ ਲਿਆ। ਨਿਰਵੈਰਾਂ ਨਾਲ ਜੇ ਵੈਰ ਚਲਾਇਂਦੇ, ਤਿੰਨ ਵਿੱਚੋਂ ਤਿਸਟਿਆ ਨਾ ਕੋਏ, ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ ਹੋਏ। ਅੰਗ 302। ਆਪ ਜੀ ਨੇ ਗੁਰਤਾ ਗੱਦੀ ਤੇ ਸੁਸ਼ੋਭਿਤ ਹੋ ਕੇ 679 ਸ਼ਬਦਾਂ ਦੁਆਰਾ ਰੂਹਾਨੀ ਉਪਦੇਸ਼ ਪ੍ਰਦਾਨ ਕੀਤਾ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ। ਆਪ ਜੀ ਨੇ ਲਾਵਾਂ ਦੀ ਬਾਣੀ ਰਚ ਕੇ ਆਨੰਦ ਵਿਆਹ ਦੀ ਪਰੰਪਰਾ ਪਰਪੱਕ ਕੀਤੀ। ਗੌੜੀ ਰਾਗ ਦੇ ਵਿੱਚ ਸ਼ਬਦ ਰਚ ਕੇ ਆਪ ਜੀ ਨੇ ਗੁਰਸਿੱਖ ਦੀ ਨਿਤ ਕਰਨੀ ਨੂੰ ਨਿਰੂਪਿਆ ਹੈ ਕਿ ਇੱਕ ਸਿੱਖ ਨੇ ਕੀ ਰਹਿਤ ਰੱਖਣੀ ਹੈ, ਤੇ ਸਤਿਗੁਰੂ ਜੀ ਨੇ ਇਹ ਜਿਹੜਾ ਸ਼ਬਦ ਹੈ ਅੰਗ 305 ਤੇ 6 ਉੱਤੇ ਉਚਾਰਿਆ ਹੈ। ਸਤਿਗੁਰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠਾਰ ਨਾਮ ਤੇ ਆਵੇ, ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੇ। ਆਓ ਇਹੀ ਸ਼ਬਦ ਜਿਹੜਾ ਹੈ ਭਾਈ ਜਸਵਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਕੀਰਤਨ ਦੇ ਵਿੱਚ ਸਰਵਣ ਕਰਦੇ ਹਾਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲ
सतगुर का जो सीख अखाए सो पल के उठ हर नाम ते आवे गुर सतगुर का जो सीख अखाए फिर चढ़े दिवस गुरबाणी गावे फिर चढ़े दिवस गुरबाणी गावे बहते उठते यार नाम के आवे जो साथ गिरास ते आए मेरा हार हार सो गुर सिख गुरु मन पावे गुर सतगुर का जो सिख अखाए सो पल के उठ हर नाम ते आवे गुर सतगुर का जो सिख अखाए जिसनो दयाल होवे मेरा स्वामी जिसनो दयाल होवे मेरा स्वामी तिस गुर सिख गुरु उपदेश सुनावे जन नानक तूड़ मंगे तिस गुर सिख की जो आप जपे अवरा नाम जपावे गुर सतगुर का जो सिख अखाए तो फल के उठ हर नाम ते आवे गुर सतगुर का जो सिख अखाए उद्यम करे पल के बर्बादी उद्यम करे पल के बर्बादी स्नान करे अमृत धारनावे उपदेश गुरु हर हर जप जापे सब किल विख पाप दोख लह जावे गुर सतगुर का जो सिख अखाए ਹਾਂਜੀ ਇਹ ਸਨ ਭਾਈ ਜਸਵਿੰਦਰ ਸਿੰਘ ਜੀ ਤੇ ਉਹਨਾਂ ਦਾ ਜਥਾ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ ਤੇ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਨੂੰ ਦੱਸਿਆ ਹੈ ਕਿ ਇੱਕ ਸਿੱਖ ਨੇ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜਿਉਣੀ ਹੈ, ਉਹਦਾ ਨਿਤ ਦਾ ਕੀ ਜਿਹੜਾ ਹੈ ਕਰਮ ਹੈ, ਕੀ ਉਸਨੇ ਕਰਨਾ ਹੈ।
ਤੇ ਆਪ ਜੀ ਨੇ ਸੁਲਤਾਨ ਪਿੰਡ ਜੂ ਦੇ ਵਿੱਚੋਂ ਜ਼ਮੀਨ ਖਰੀਦ ਕੇ 13 ਜੂਨ 1577 ਈਸਵੀ ਨੂੰ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਤੇ ਆਪਣੀ ਦੇਖ ਰੇਖ ਦੇ ਵਿੱਚ ਜਿੱਥੇ ਸਭ ਵਰਨਾਂ ਤੇ ਕਮਾਮਾਂ ਦੇ ਲੋਕਾਂ ਦਾ ਵਸੇਵਾ ਕਰਵਾਇਆ, ਉੱਥੇ ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ਵੀ ਸ਼ਹਿਰ ਦੇ ਚੜ੍ਹਦੇ ਪਾਸੇ ਵਸਾ ਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ। ਇਹ ਆਮ ਸੀ ਕਿ ਜਿਹਨਾਂ ਨੂੰ ਨੀਵੀਆਂ ਜਾਤਾਂ ਦੇ ਵਿੱਚ ਗਿਣਿਆ ਜਾਂਦਾ ਹੈ, ਉਹਨਾਂ ਦੀ ਵਸੋਂ ਆਮ ਤੌਰ ਤੇ ਜਿਹੜੀ ਹੈ ਲਹਿੰਦੇ ਪਾਸੇ ਰੱਖੀ ਜਾਂਦੀ ਸੀ, ਤਾਂ ਕਿ ਇੱਥੋਂ ਤੱਕ ਕਿ ਹਵਾ ਵੀ ਜਿਹੜੀ ਆ ਲੰਘ ਕੇ ਜਿਹੜੀ ਆਉਂਦੀ ਹੈ, ਜਿਹੜੇ ਅਖੌਤੀ ਉੱਚੀ ਜਾਤਾਂ ਵਾਲੇ ਆ ਉਹਨਾਂ ਵੱਲੋਂ ਉੱਧਰ ਨੂੰ ਜਾਵੇ, ਉਹਨਾਂ ਦੇ ਵੱਲੋਂ ਨੀਵੀਆਂ ਜਾਤਾਂ ਜਿਹਨਾਂ ਨੂੰ ਗਿਣਿਆ ਜਾਂਦਾ ਸੀ ਉਹਨਾਂ ਵੱਲੋਂ ਜਿਹੜਾ ਹੈ ਉੱਚੀਆਂ ਜਾਤਾਂ ਵਾਲਿਆਂ ਨੂੰ ਨਾ ਜਾਵੇ। ਇਹ ਜਿਹੜਾ ਪੁਰਾਣੀ ਲੋਕਾਂ ਦੀ ਸੋਚ ਸੀ, ਪਰ ਆਪ ਜੀ ਨੇ ਜਿਹੜੀ ਹੈ ਇਸ ਜਿਹੜੀ ਸੋਚ ਆ ਉੱਤੇ ਵੀ ਕ੍ਰਾਂਤੀਕਾਰੀ ਕਦਮ ਚੁੱਕਿਆ, ਤਾਂ ਕਿ ਦੁਨੀਆ ਨੂੰ ਦਿਖਾਇਆ ਜਾ ਸਕੇ ਕਿ ਜੋ ਕੁਛ ਉਹ ਕਰਦੇ ਨੇ ਉਹ ਸਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਬਾਖਾਂ ਨੂੰ ਆਪ ਜੀ ਨੇ ਸਫਲ ਕੀਤਾ, ਜਿਸ ਵਿੱਚ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ। ਆਪ ਜੀ ਨੇ ਲੋਕ ਪਰਲੋਕ ਦੀਆਂ ਦਾਤਾਂ ਪ੍ਰਾਪਤ ਕਰਕੇ ਵੀ ਅਥ ਨਿਮਰਤਾ ਵਿੱਚ ਆਪ ਨੇ ਜ਼ਿੰਦਗੀ ਬਤੀਤ ਕੀਤੀ ਤੇ ਆਪ ਨੇ ਫਰਮਾਇਆ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਐ ਚੂਕੇ ਸਭ ਸੰਤਾਪੇ। ਗੌੜੀ ਵੈਰਾਗਣ ਮਹੱਲਾ ਚੌਥਾ ਅੰਗ 167। ਆਪ ਜੀ ਦੇ ਅੰਦਰ ਨਿਮਰਤਾ ਅੰਤਾਂ ਦੀ ਸੀ, ਨਿਰਾ ਕਿਹਾ ਹੀ ਨਹੀਂ ਕਰਕੇ ਵੀ ਵਿਖਾਇਆ। ਜਿਸ ਵੇਲੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜਿਹੜੇ ਨੇ ਸਪੁੱਤਰ ਆਪ ਜੀ ਦੀ ਮਹਿਮਾ ਸੁਣ ਕੇ ਅੰਮ੍ਰਿਤਸਰ ਪਹੁੰਚੇ, ਜਦੋਂ ਆਪ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਆਉਣ ਦਾ ਪਤਾ ਲੱਗਾ ਤੇ ਆਪ ਨੇ ਅੱਗੇ ਹੋ ਕੇ ਉਹਨਾਂ ਨੂੰ ਲੈਣ ਵਾਸਤੇ ਪਹੁੰਚੇ ਤੇ ਆਦਰ ਦਿੱਤਾ। ਬਾਬਾ ਸ਼੍ਰੀ ਚੰਦ ਜੀ ਨੇ ਆਪ ਜੀ ਦਾ ਲੰਮਾ ਦਾੜਾ ਵੇਖ ਕੇ ਬਚਨ ਕੀਤਾ, ਪੁਰਖਾ ਇੰਨਾ ਲੰਮਾ ਦਾੜਾ ਕਿਸ ਕਾਰਨ ਵਧਾਇਆ ਹੈ? ਨਿਮਰਤਾ ਦੀ ਮੂਰਤ ਗੁਰੂ ਰਾਮਦਾਸ ਜੀ ਮਹਾਰਾਜ ਬੋਲੇ ਕਿ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਤੇ ਬਾਬਾ ਜੀ ਦੇ ਚਰਨ ਝਾੜਨ ਵਾਸਤੇ ਅੱਗੇ ਵਧੇ। ਬਾਬਾ ਸ਼੍ਰੀ ਚੰਦ ਜੀ ਨੇ ਕਲਾਵੇ ਵਿੱਚ ਲੈ ਕੇ ਬਚਨ ਕੀਤਾ ਕਿ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਸੇਵਾ ਕਰਕੇ ਲੈ ਲਈ ਸੀ, ਤੁਸੀਂ ਨਿਮਰਤਾ ਕਾਰਨ ਲਈ ਹੈ, ਤੁਹਾਡੀ ਮਹਿਮਾ ਪਹਿਲਾਂ ਹੀ ਬਹੁਤ ਹੈ। ਜਿਹੜਾ ਵੀ ਪਾਪੀ ਤੁਹਾਡੇ ਸਰੋਵਰ ਦੇ ਵਿੱਚ ਤੁਹਾਡੇ ਸਰੋਵਰ ਵਿੱਚ ਇਸ਼ਨਾਨ ਕਰੇਗਾ, ਉਸ ਦੀ ਗਤੀ ਹੋਵੇਗੀ। ਦੇਖ ਨਿਮਰਤਾ ਗੁਰ ਕੀ, ਸ੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨ ਸੇਵਾ ਕਰ, ਤੁਮਰੋ ਪ੍ਰੇਮ ਅਨੰਨ, ਤੇ इसी तौर कर लुटियो हमारा, जो बाकी थी अब कुछ मोह पै, शीन लई जो ही तुम सो पै। तवारीख गुरु खालसा। ਆਪ ਜੀ ਬੜੇ ਉਦਾਰ ਚਿੱਤ ਸਨ, ਖਿਮਾ ਤੇ ਧੀਰਜ ਦੀ ਆਪ ਮਿਸਾਲ ਸਨ, ਜਿਹੜੇ ਮੁੱਢ ਤੋਂ ਹੀ ਗੁਰੂ ਨਾਨਕ ਨਿਰੰਕਾਰੀ ਜੀ ਤੇ ਗੁਰੂ ਅੰਗਦ ਦੇਵ ਜੀ ਦੀ ਵਿਰੋਧਤਾ ਤੇ ਨਿੰਦਿਆ ਕਰਦੇ ਆਏ ਸਨ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਵੀ ਉਹਨਾਂ ਨੇ ਆਪਣੀ ਹਠ ਧਰਮੀ ਦਾ ਤਿਆਗ ਨਹੀਂ ਸੀ ਕੀਤਾ। ਭਾਵੇਂ ਸਤਿਗੁਰੂ ਜੀ ਨੇ ਉਹਨਾਂ ਨੂੰ ਮਾਫ ਕਰਕੇ ਸੰਗਤ ਵਿੱਚ ਰਲਾਉਣ ਦਾ ਯਤਨ ਕੀਤਾ, ਪਰ ਉਹ ਅਭਾਗੇ ਹੀ ਰਹੇ। ਹੁਣ ਚੌਥੀ ਪਾਤਸ਼ਾਹੀ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਫਖਰ ਦਿਲੀ ਦੇ ਨਾਲ ਸਾਰੇ ਗੁਰੂ ਘਰ ਦੇ ਦੋਖੀ ਤੇ ਨਿੰਦਕਾਂ ਦਾ ਨਿਸਤਾਰਾ ਕਰ ਦਿੱਤਾ। ਐਸੇ ਸਨ ਗੁਰੂ ਰਾਮਦਾਸ ਜੀ ਮਹਾਰਾਜ। ਆਪ ਜੀ ਨੇ ਗੌੜੀ ਕੀ ਬਾਰ ਦੇ ਵਿੱਚ ਫਰਮਾਨ ਕੀਤਾ ਹੈ, ਗੁਰ ਬਾਬੇ ਫਿਟ ਕੇ ਸੇ ਫਿਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ।
ਮਾਇਆ ਅਤੇ ਸੰਸਾਰਕ ਪਦਾਰਥਾਂ ਦੇ ਨਾਲ ਆਪ ਜੀ ਨੂੰ ਭੂਰਾ ਜਿੰਨਾ ਵੀ ਲਗਾਵ ਨਹੀਂ ਸੀ। ਜਦੋਂ ਅਕਬਰ ਆਪ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਵਿੱਚ ਆਇਆ, ਉਸਨੇ 101 ਮੋਹਰ ਆਪ ਜੀ ਦੀ ਨਜ਼ਰ ਭੇਟਾ ਕੀਤੀਆਂ ਤਾਂ ਆਪ ਜੀ ਨੇ ਉਸੇ ਵਕਤ ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਦਿੱਤੀਆਂ। 12 ਪਿੰਡਾਂ ਦੀ ਜਗੀਰ ਦਾ ਪਟਾ ਲਿਖ ਕੇ ਦੇਣਾ ਚਾਹਿਆ, ਪਰ ਆਪ ਜੀ ਨੇ ਫਕੀਰਾਂ ਦੀ ਜਗੀਰ ਚਾਰੇ ਚੱਕ ਹੈ ਕਹਿ ਕੇ ਲੈਣ ਤੋਂ ਨਾ ਕਰ ਦਿੱਤੀ। ਆਪ ਜੀ ਦੇ ਸਮੇਂ ਆਪ ਜੀ ਦੀ ਸਿੱਖਿਆ ਦੇ ਧਾਰਨੀ ਬੜੇ ਕਰਨੀ ਵਾਲੇ ਗੁਰਸਿੱਖ ਹੋਏ ਨੇ, ਜਿਨ੍ਹਾਂ ਦੀ ਬਦੌਲਤ ਸਿੱਖੀ ਦਾ ਪ੍ਰਚਾਰ ਚੌਹਾਂ ਚੱਕਾਂ ਵਿੱਚ ਹੋਇਆ। ਕੁਝ ਕੁ ਦੇ ਨਾਮ ਇਤਿਹਾਸ ਦੇ ਅੱਖਰਾਂ ਵਿੱਚ ਸਾਂਭੇ ਪਏ ਨੇ। ਉਹ ਨੇ ਭਾਈ ਅਦਲੀ ਜੀ, ਜਿਨ੍ਹਾਂ ਦੀ ਸੰਗਤ ਦੇ ਨਾਲ ਬਾਬਾ ਵਿਧੀ ਚੰਦ ਜੀ ਦਾ ਜੀਵਨ ਬਦਲਿਆ ਸੀ, ਭਾਈ ਸੰਗਤੀਆ, ਭਾਈ ਕਲਿਆਣਾ, ਭਾਈ ਹਰਬੰਸ ਤਪਾ, ਭਾਈ ਪਿਰਾਗਾ, ਭਾਈ ਸਮਾਣਾ, ਭਾਈ ਜਗਤਾ, ਭਾਈ ਦਰਸਾ, ਭਾਈ ਪੂਰਨ, ਭਾਈ ਕਾਲਾ, ਭਾਈ ਕੰਠਾ, ਭਾਈ ਕਿਰਪਾ, ਭਾਈ ਕਰਮਾ, ਭਾਈ ਗੁਰਾ, ਭਾਈ ਭਗਵਾਨ, ਭਾਈ ਬੈਰਾਗਾ, ਭਾਈ ਮੰਗਲ, ਭਾਈ ਮੋਹਣਾ, ਭਾਈ ਨਿਸ਼ਤਰਾ ਇਤਿਆਦ ਕਰਨੀ ਵਾਲੇ ਗੁਰਸਿੱਖ, ਜੋ ਆਪ ਜੀਵਨ ਮੁਕਤ ਸਨ ਤੇ ਹੋਰਨਾਂ ਨੂੰ ਵੀ ਤਾਰਨ ਦਾ ਵਸੀਲਾ ਬਣੇ। ਆਪ ਜੀ ਨੇ ਗੁਰਬਾਣੀ ਅੰਦਰ ਪ੍ਰਭੂ ਸਿਮਰਨ ਕਰਨ ਉੱਤੇ ਬਹੁਤ ਜ਼ੋਰ ਦਿੱਤਾ ਤੇ ਫਰਮਾਇਆ, ਪ੍ਰਭੂ ਸਿਮਰਨ ਜਿੱਥੇ ਆਦੀਆਂ ਵਿਆਦੀਆਂ ਤੇ ਉਪਾਧੀਆਂ ਦਾ ਨਾਸ਼ ਕਰਦਾ ਹੈ, ਉੱਥੇ ਭਵਜਲ ਤੋਂ ਪਾਰ ਕਰਦਾ ਹੈ। ਜੈ ਹਰ ਸਿਮਰਨ ਭਇਆ ਤਹਿ ਉਪਾਧਗਤ ਕੀਨੀ, ਬੜ ਭਾਗੀ ਹਰ ਜਪਨਾ। ਇਸ ਲਈ ਪ੍ਰਭੂ ਸਿਮਰਨ ਕਰਨ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਅਗਲਾ ਸਵਾਸ ਆਉਣਾ ਹੈ ਕਿ ਨਹੀਂ। ਜੀਵਨ ਛਿਨ ਭੰਗਰੀ ਹੈ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ। ਬਿਹਾਗੜਾ ਮਹੱਲਾ ਚੌਥਾ ਅੰਗ 540। ਗੁਰੂ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਆਪ ਬਾਰੰਬਾਰ ਦ੍ਰਿੜ ਕਰਾਉਂਦੇ ਨੇ, ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲੇ ਹਮਕੋ ਸ਼ਾਂਤ ਆਈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲੇ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਆਪ ਜੀ ਨੇ ਇੱਕ ਦੀ ਟੇਕ, ਇੱਕ ਦਾ ਸਿਮਰਨ, ਇੱਕ ਪਾਸੋਂ ਮੰਗਣ ਦੀ ਤਕੀਦ ਕੀਤੀ ਹੈ। ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈਏ, ਹਰ ਇੱਕੋ ਦਾਤਾ ਮੰਗੀਏ, ਮਨ ਚਿੰਦਿਆ ਪਾਈਏ। ਆਤਮਿਕ ਉਚਤਾ ਦੇ ਲਈ ਇੱਕੋ ਗੁਰੂ, ਇੱਕੋ ਬਾਣੀ, ਇੱਕ ਹੀ ਸ਼ਬਦ ਜੋ ਓਤ ਪੋਤ ਹਨ ਦੇ ਧਾਰਨੀ ਬਣਨ ਦੀ ਤਕੀਦ ਆਪ ਜੀ ਨੇ ਕੀਤੀ ਹੈ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਜਿਵੇਂ ਕਿ ਗੁਰਬਾਣੀ ਦੇ ਵਿੱਚ ਉਪਦੇਸ਼ ਹੈ। ਸੰਸਾਰ ਤੇ ਮਿੱਤਰਾਂ ਦੋਸਤਾਂ ਦੀ ਅਸਲੀਅਤ ਦਰਸਾਉਂਦੇ ਹੋਏ ਆਪ ਜੀ ਇੱਕੋ ਸੱਚੇ ਮਿੱਤਰ ਵਾਹਿਗੁਰੂ ਦੇ ਨਾਲ ਜੁੜਨ ਦੀ ਤਕੀਦ ਕਰਦੇ ਨੇ। ਜੋ ਸੰਸਾਰੇ ਕੇ ਕੁਟੁੰਬ ਮਿੱਤਰ ਭਾਈ ਦੀਸੈ, ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ। ਜਿਤ ਦਿਨ ਉਨ ਕਾ ਸੁਆਓ ਹੋਏ ਨਾ ਆਵੇ, ਤਿਤ ਦਿਨ ਨੇੜੇ ਕੋ ਟੁਕਾਸਾ। ਗੌਂਡ ਮਹੱਲਾ ਚੌਥਾ ਅੰਗ 860। ਸਤਿਗੁਰੂ ਰਾਮਦਾਸ ਜੀ ਮਹਾਰਾਜ ਦੀ ਪਾਰਖੂ ਅੱਖ ਨੇ ਗੁਰਗੱਦੀ ਦੇ ਆ ਵਾਰਸ ਤਾਂ ਪਹਿਲਾਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਿਥ ਲਿਆ ਸੀ, ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਮੇਂ ਵਿੱਚ ਇਸ਼ਾਰਾ ਦੇ ਗਏ ਸਨ ਕਿ ਬੜਾ ਭਾਰੀ ਗੁਰੂ ਹੋਵੇਗਾ, ਦੋਹਤਾ ਬਾਣੀ ਕਾ ਬੋਹਤਾ। ਪਰ ਆਪ ਜੀ ਨੂੰ ਪ੍ਰਾਪਤ ਹੋ ਚੁੱਕੇ ਸਨ, ਪਰ ਫਿਰ ਵੀ ਹੁਕਮ ਮੰਨਣ ਦੇ ਪੂਰਨਿਆਂ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚਲਾ ਕੇ ਸਭਨਾ ਸਿੱਖਾਂ ਸੇਵਕਾਂ ਦੀ ਸੰਤੁਸ਼ਟੀ ਕਰਾ ਕੇ ਆਪ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ 28 ਅਗਸਤ 1581 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੌਂਪ ਦਿੱਤੀ। 2 ਦਿਨ ਆਪ ਅੰਮ੍ਰਿਤਸਰ ਰਹੇ। ਤੀਸਰੇ ਦਿਨ ਆਪ ਜੀ ਸੰਗਤਾਂ ਤੇ ਗੁਰੂ ਅਰਜਨ ਦੇਵ ਜੀ ਸਮੇਤ ਗੋਇੰਦਵਾਲ ਸਾਹਿਬ ਆ ਗਏ। ਅੰਮ੍ਰਿਤ ਵੇਲੇ ਬਾਉਲੀ ਸਾਹਿਬ ਦੇ ਵਿੱਚ ਇਸ਼ਨਾਨ ਕਰ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਅਤੇ ਸੰਗਤਾਂ ਨੂੰ ਧੀਰਜ ਤੇ ਉਪਦੇਸ਼ ਦਿੰਦੇ ਹੋਏ ਆਪ ਜੀ 1 ਸਤੰਬਰ 1581 ਨੂੰ ਜੋਤੀ ਜੋਤ ਸਮਾ ਗਏ। ਗੁਰਤਾ ਗੱਦੀ ਦਾ ਛਤਰ ਤੇ ਸਿੰਘਾਸਨ
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਖਸ਼ਿਸ਼ ਕਰ ਦਿੱਤਾ ਤੇ ਆਪ ਜੀ ਦੇ ਪਾਸ ਅਟਲ ਅਡੋਲ ਸਿੰਘਾਸਨ ਤੇ ਜਾ ਬਿਰਾਜੇ। ਭੱਟ ਹਰਵੰਸ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਨ ਕੀਤਾ ਹੈ, ਸਵਈਏ ਮਹੱਲੇ 5 ਵੇਖੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਣ ਦੀਓ ਸ੍ਰੀ ਗੁਰ ਤਹਿ ਬੈਠਾਇਓ, ਰਹਿਸ ਕੀਓ ਸੁਰਦੇਵ ਤੋਹੇ, ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰਹੁ ਕੇ, ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਣ ਪ੍ਰਿਥਵੀ ਗੁਰ ਅਰਜਨ ਕੋ ਦੇ ਆਇਓ। ਸੋ ਇਹ ਤਾਂ ਸਨ ਕੁਝ ਸ਼ਬਦ ਪੰਜਵੇਂ ਪਾਤਸ਼ਾਹ ਮਾਫ ਕਰਨਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਸੰਬੰਧਿਤ। ਆਓ ਚੱਲਦੇ ਹਾਂ, ਇੱਥੇ ਹੀ ਆਪ ਤੋਂ ਅਸੀਂ ਵਿਦਾਇਗੀ ਲੈ ਲੈਂਦੇ ਹਾਂ ਕਿਉਂਕਿ ਜਿਹੜਾ ਹੈ ਸਮਾਂ ਉਹ ਬਹੁਤ ਥੋੜਾ ਹੈ ਤੇ ਅਗਲਾ ਸ਼ਬਦ ਜਿਹੜਾ ਥੋੜਾ ਕੁ ਲੰਬੇਰਾ ਹੈ ਤੇ ਪ੍ਰੋਗਰਾਮ ਕਰਦੇ ਹਾਂ ਕਈ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਤੇ ਸਾਨੂੰ ਆਸ ਹੈ ਕਿ ਸਾਡੇ ਸਰੋਤੇ ਜਿਹੜੇ ਨੇ ਤੇ ਸਤਿਗੁਰੂ ਜੀ ਸਾਨੂੰ ਮਾਫ ਕਰਨਗੇ ਤੇ ਅਗਾਂਹ ਤੋਂ ਅੱਛੀ ਤਰ੍ਹਾਂ ਸੇਵਾ ਕਰਨ ਦਾ ਬਲ ਤੇ ਬੁੱਧ ਬਖਸ਼ਣਗੇ। ਤੇ ਇੱਥੇ ਯਾਦ ਲਾ ਦਈਏ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਨਾਲ ਸੰਬੰਧਿਤ 2 ਲੇਖ ਬਾਕੀ ਨੇ ਜਿਹੜੇ ਕਿ ਉਸ ਤੋਂ ਬਾਅਦ ਜਿਹੜੇ ਨੇ ਸਾਰੇ ਦਾ ਸਾਰਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਰਸ਼ਨ ਜਿਹੜੀ ਕਿ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਨੇ ਇਹ ਸ਼ਬਦ ਲਿਖੇ ਨੇ ਉਹ ਅਸੀਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਤੇ ਇਹ ਜਿਹੜੇ ਪ੍ਰੋਗਰਾਮ ਨੇ ਇਹਨਾਂ ਦੀ ਰਿਕਾਰਡਿੰਗ ਜਿਹੜੀ ਹੈ YouTube ਦੇ ਉੱਤੇ ਜਿਹੜੀ ਹੈ ਬਾਅਦ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਤੇ ਉੱਥੋਂ ਵੀ ਸੁਣੀ ਜਾ ਸਕਦੀ ਹੈ। ਸਿੱਖ ਵਿਰਸਾ ਪ੍ਰੋਗਰਾਮ ਗੂਗਲ ਦੇ ਵਿੱਚ ਸਰਚ ਕੀਤਿਆਂ ਉਹ ਜਿਹੜੇ ਪ੍ਰੋਗਰਾਮ ਨੇ ਆ ਜਾਂਦੇ ਨੇ ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਅਗਲਾ ਸ਼ਬਦ ਹੈ ਇਸ ਦੇ ਦੂਜੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਆਪਣਾ ਖਿਆਲ ਰੱਖਿਓ, ਰੱਬ ਰਾਖਾ। ਬਾਹਰ ਨੇ ਬਲਿਹਾਰ ਨੇ ਲਖ ਬਰੀਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ। ਬਾਹਰ ਨੇ ਬਲਿਹਾਰ ਨੇ ਲਖ ਬਰੀਆ, ਬਾਹਰ ਨੇ ਬਲਿਹਾਰ ਨੇ ਲਖ ਬਰੀਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ। ਕਰਨ ਕਰਾਵਨ ਤੂੰ ਹੀ ਏਕ, ਜੀ ਜੰਤ ਕੀ ਤੂੰ ਹੀ ਭੇਟ। ਕਰਨ ਕਰਾਵਨ ਤੂੰ ਹੀ ਏਕ, ਜੀ ਜੰਤ ਕੀ ਤੂੰ ਹੀ ਭੇਟ। ਬਾਹਰ ਨੇ ਬਲਿਹਾਰ ਨੇ ਲਖ ਬਰੀਆ, ਬਾਹਰ ਨੇ ਬਲਿਹਾਰ ਨੇ ਲਖ ਬਰੀਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰਿਆ।
प्रभ तू धनी, तू निर्गुण, तू सर्वगुणी। राज जुबन प्रभ तू धनी, तू निर्गुण, तू सर्वगुणी। बाहर ने बलिहार ने लख बरिया, बाहर ने बलिहार ने लख बरिया। नमो नाम साहिब को प्राण अधरिया, प्राण अधरिया, प्राण अधरिया। इहा उहा तुम रखे, गुर कृपा ते को रखे। इहा उहा तुम रखे, गुर कृपा ते को रखे। बाहर ने बलिहार ने लख बरिया, बाहर ने बलिहार ने लख बरिया। नमो ना साहिब को प्राण अधरिया, प्राण अधरिया, प्राण अधरिया। अंतर जामी प्रभ सुजान, नानक तकिया तू ही तान। अंतर जामी प्रभ सुजान, नानक तकिया तू ही तान। बाहर ने बलिहार ने लख बरिया, बाहर ने बलिहार ने लख बरिया। नमो ना साहिब को प्राण अधरिया, प्राण अधरिया, प्राण अधरिया। बाहर ने बलिहार ने लख बरिया, बाहर ने बलिहार ने लख बरिया।